खेना जेह सतगुर सिमरंथ हृदय हर नाम दिनो दिन जेह सतगुर सिमरंथ जिय की तपत मिटावै जेह सतगुर सिमरंथ रिद सिद्ध नव निध पावै सोई रामदास गुर बल भण मिल संगत धन धन करहो जेह सतगुर लग प्रभ पाईऐ सो सतगुर सिमरहु नरहो नानक नाम निरंजन जानिया कीनी भगत प्रेम लिव लाई ताते अंगद अंग संग भयो सायर तिन शब्द सुरत की नीव रखाई गुर अमरदास की अकथ कथा है एक जीह कश कही न जाए सोडे श्रेष्ठ सकल तारन कहो अब गुर रामदास को मिली बढ़ाई तेरा अंत न जाई लखिया अकथ न जाई हर कथया नानक जिनको सतगुर मिलिया तिनका लेखा निबड़िया नानक जिनको सतगुर मिलिया तिनका लेखा निबड़िया सतनाम श्री वाहिगुरु साहिब जी। राग गुजरी महला चौथा। हर के जन सतगुर सतपुरखा बिनो करो गुर पास। हम कीरे कर्म सतगुर सरणाई
ਕਰ ਦਇਆ ਨਾਮ ਪਰਗਾਸ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੇ ਉੱਪਰ ਸੁਭਾਏਮਾਨ ਜਗਤ ਗੁਰੂ ਸਿੱਖ ਪੰਥ ਦੇ ਵਾਲੀ, ਸੁੱਖਾਂ ਦੇ ਦਾਤੇ, ਦਇਆ ਦੇ ਸਾਗਰ, ਸਰਬ ਸਾਂਝੀ ਵਾਲਤਾ ਦਾ ਪੈਗਾਮ ਬਖਸ਼ਣਹਾਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ 11ਵੇਂ ਸਵਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨੇਮ ਦੇ ਨਾਲ ਜੋ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਦੇ ਹਨ, ਉਹਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਨੂੰ ਸਾਰਿਆਂ ਨੂੰ ਗੁਰੂ ਕੀ ਸੰਗਤ ਦੇ ਵਿੱਚ ਸੁਭਾਏਮਾਨ ਹੋ ਕੇ ਸਰਬ ਮਨੁੱਖਤਾ ਦੇ ਭਲੇ ਹਿਤ ਜੋ ਪਾਵਨ ਗੁਰੂ ਕੀ ਬਾਣੀ ਦੁਆਰਾ ਸਾਡੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ, ਉਹ ਸਰਵਣ ਕਰਨ ਦੇ ਵਾਸਤੇ ਨਸੀਬ ਹੋ ਰਿਹਾ ਹੈ। ਆਓ ਸਾਰੀ ਹੀ ਸੰਗਤ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰਬਾਣੀ ਵਿਚਾਰ ਤੋਂ ਪਹਿਲੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੀਆਂ ਪ੍ਰਾਰੰਭਤਾ ਵਾਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ, ਇਹ ਪਾਵਨ ਸ਼ਬਦ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੈ। ਪਾਵਨ ਸ਼ਬਦ ਦੀ ਉਥਾਨਕਾ ਹੈ ਕਿ ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੇ ਦੇ ਉੱਪਰ ਸੁਭਾਏਮਾਨ ਸਨ, ਬਿਰਾਜਮਾਨ ਸਨ, ਲਾਹੌਰ ਨਿਵਾਸੀ ਸੰਗਤ ਦੇ ਨਾਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਹਿਤ ਪਹੁੰਚੇ ਹਨ। ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਹਨ, ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਬੌਲੀ ਸਾਹਿਬ ਜੀ ਦੀ ਸੇਵਾ ਉਸ ਵੇਲੇ ਹੋ ਰਹੀ ਸੀ। ਹੱਥ ਦੇ ਵਿੱਚ ਟੋਕਰਾ ਫੜ ਕੇ ਜੋ ਬੌਲੀ ਸਾਹਿਬ ਤੋਂ ਮਿੱਟੀ ਕੱਢੀ ਜਾ ਰਹੀ ਸੀ, ਆਪਣੇ ਪਾਵਨ ਸੀਸ ਦੇ ਉੱਪਰ ਉਹ ਸੇਵਾ ਵਾਲੀ ਟੋਕਰੀ ਰੱਖ ਕੇ ਜਿੱਥੇ ਬਾਹਰ ਸਾਰੀ ਸੰਗਤ ਮਿੱਟੀ ਸਿੱਟਦੀ ਹੈ, ਉੱਥੇ ਗੁਰੂ ਰਾਮਦਾਸ ਸਾਹਿਬ ਜੀ ਵੀ ਸਿੱਟਦੇ ਹਨ।
ਆਉਂਦਿਆਂ ਜਾਂਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਗੁਰੂ ਅਮਰਦਾਸ ਸਾਹਿਬ ਜੀ ਦੇ ਸਤਿਕਾਰਯੋਗ ਮਹਿਲ ਬੀਬੀ ਰਾਮੋ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਆਪਣੀ ਜਿਹੜੀ ਦੂਸਰੀ ਸੁਪੁੱਤਰੀ ਹੈ ਬੀਬੀ ਭਾਨੀ, ਇਹ ਵੀ ਵਰਨ ਦੇ ਯੋਗ ਹੋ ਗਈ ਹੈ। ਕੋਈ ਯੋਗ ਵਰ ਇਸ ਦੇ ਵਾਸਤੇ ਲੱਭ ਕੇ ਇਸ ਨੂੰ ਵਰ ਦੇਣਾ ਚਾਹੀਦਾ ਹੈ, ਇਸ ਨੂੰ ਵਿਆਹ ਦੇਣਾ ਚਾਹੀਦਾ ਹੈ। ਜੋ ਆਪਣਾ ਫਰਜ਼ ਹੈ ਉਸ ਫਰਜ਼ ਨੂੰ ਅਦਾ ਕਰੀਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੀਬੀ ਰਾਮੋ ਜੀ ਨੂੰ ਇਹ ਬਚਨ ਕਹਿ ਭਾਗਵਾਨੇ, ਤੇਰੇ ਮਨ ਦੇ ਵਿੱਚ ਕੀ ਖਿਆਲ ਹੈ? ਜਿਹੜਾ ਤੇਰਾ ਜਵਾਈ ਹੈ ਜਾਂ ਬੀਬੀ ਭਾਨੀ ਜੀ ਦੇ ਘਰੋਂ ਹੋਵੇ, ਉਹ ਕੈਸਾ ਹੋਵੇ? ਮਿੱਟੀ ਵਾਲੀ ਟੋਕਰੀ ਹੱਥ ਦੇ ਵਿੱਚ ਫੜ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬੌਲੀ ਸਾਹਿਬ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਸਨ ਤਾਂ ਮਨ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਲੇ ਪਾਸੇ ਦੇਖ ਕੇ ਵਿਚਾਰ ਆਏ। ਹੱਥ ਜੋੜੇ ਬੀਬੀ ਰਾਮੋ ਨੇ ਤੇ ਕਹਿਣ ਲੱਗੇ, ਮਹਾਰਾਜ ਸਤਿਗੁਰੂ, ਮੇਰੇ ਮਨ ਦੀ ਇੱਛਾ ਹੈ ਕਿ ਜਿਵੇਂ ਤੁਹਾਡਾ ਇਹ ਸੇਵਕ ਬੜੇ ਸੁਸ਼ੀਲ ਸ਼ੁਭ ਗੁਣਾਂ ਵਾਲਾ ਹੈ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਘਰ ਦੇ ਉੱਪਰ ਇਸ ਦੇ ਜੀਵਨ ਦੇ ਵਿੱਚ ਅਥਾਹ ਭਾਵਨਾ ਹੈ, ਬੜੇ ਪ੍ਰੇਮ ਦੇ ਨਾਲ, ਬੜੀ ਲਗਨ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ। ਜੇ ਐਸਾ ਵਰ ਆਪਣੀ ਸੁਪੁੱਤਰੀ ਦੇ ਵਾਸਤੇ ਮਿਲ ਜਾਵੇ ਤੇ ਭਲਾ ਹੋਵੇਗਾ। ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਇਹ ਬੋਲ ਕੇ ਮਹਾਰਾਜ ਕਹਿਣ ਲੱਗੇ, ਬੀਬੀ ਰਾਮੋ ਨੂੰ ਭਾਗਵਾਨੇ, ਐਸਾ ਤੇ ਕੇਵਲ ਇਹੋ ਹੀ ਹੈ। ਵਿਧਾਤੇ ਨੇ ਐਸੇ ਗੁਣਾ ਵਾਲਾ ਸੰਸਾਰ ਦੇ ਵਿੱਚ ਦੂਸਰਾ ਨਹੀਂ ਬਣਾਇਆ। ਇਹਨੇ ਬਚਨ ਕਹਿ ਕਰਕੇ ਆਵਾਜ਼ ਮਾਰੀ। ਸਤਿਗੁਰੂ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ। ਪੁੱਛਿਆ, ਨਾਮ ਤਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਆਪਣਾ ਨਾਮ ਰਾਮਦਾਸ ਦੱਸਿਆ। ਪਿੱਛੋਂ ਪਰਿਵਾਰਕ ਮੈਂਬਰਾਂ ਬਾਰੇ ਪੁੱਛਿਆ, ਲਾਹੌਰ ਨਿਵਾਸੀ ਦੱਸਿਆ, ਪਿਤਾ ਹਰਦਾਸ ਜੀ ਦੱਸੇ। ਇਤਿਹਾਸ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਸੰਦੇਸ਼ਾ ਭੇਜ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਨੂੰ ਲਾਹੌਰ ਤੋਂ ਸੱਦਿਆ। ਭਾਵੇਂ ਬਹੁਤਾਤ ਜੋ ਅਸੀਂ ਇਤਿਹਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਰਥਾਈ ਸੁਣਦੇ ਹਾਂ ਕਿ ਉਹਨਾਂ ਦਾ ਨਾਮ ਜੇਠਾ ਸੀ। ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ। ਇਹ ਜਿਨ੍ਹਾਂ ਨੇ ਇੱਥੇ ਕਿਤਾਬਾਂ ਲਿਖੀਆਂ ਹਨ ਉਹਨਾਂ ਨੇ ਇਹ ਇਤਿਹਾਸ ਲਿਖਿਆ ਹੈ, ਪਰ ਪੁਰਾਤਨ ਜਿਤਨੇ ਵੀ ਗ੍ਰੰਥਾਂ ਦੇ ਸਰੋਤ ਹਨ ਉਹਨਾਂ ਦੇ ਵਿੱਚ ਇਹ ਇਤਿਹਾਸ ਨਹੀਂ ਮਿਲਦਾ। ਭਾਈ ਸੰਤੋਖ ਸਿੰਘ ਜੀ ਦੇ ਵੀ ਇਹ ਬਚਨ ਹਨ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਨੂੰ ਲਾਹੌਰ ਤੋਂ ਸੱਦ ਕੇ ਤੇ ਇਸੇ ਹੀ ਪਾਵਨ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੁੜਮਾਈ ਹੋਈ ਹੈ। ਕੁਝ ਸਮਾਂ ਫਾ ਕਰਕੇ ਫਿਰ ਆਨੰਦ ਕਾਰਜ ਹੋਇਆ ਹੈ। ਜਿਸ ਵੇਲੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਏ
ਤਾਂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਚਨ ਕਹਿ ਕਿ ਦੁਨਿਆਵੀ ਤੌਰ ਤੇ ਤੁਸੀਂ ਸਾਡੇ ਜਵਾਈ ਹੋ, ਸਿੱਖ ਬਣ ਕੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਕੋਈ ਮਨ ਦੀ ਖਾਹਿਸ਼? ਜੋ ਮੰਗਣਾ ਚਾਹੁੰਦੇ ਹੋ ਉਹ ਮੰਗ ਲਓ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਦਰਵਾਜ਼ੇ ਅੱਜ ਤੁਹਾਡੇ ਵਾਸਤੇ ਖੁੱਲੇ ਹਨ, ਤੁਹਾਨੂੰ ਉਹ ਹੀ ਪ੍ਰਾਪਤ ਹੋਵੇਗਾ। ਅਸੀਂ ਗੁਰਸਿੱਖੋ ਦੁਨਿਆਵੀ ਤੌਰ ਤੇ ਜਦੋਂ ਇਹ ਰਿਸ਼ਤੇ ਜੋੜਦੇ ਹਾਂ, ਉਮੰਗ ਦੁਨੀਆ ਦੇ ਲੋਕ ਰੱਖਦੇ ਹਨ, ਮੈਨੂੰ ਕਾਰ ਚਾਹੀਦੀ ਹੈ, ਮੈਨੂੰ ਇੰਨਾ ਦਾਜ ਚਾਹੀਦਾ ਹੈ, ਜਾਂ ਹੋਰ ਅਨੇਕਾਂ ਪ੍ਰਕਾਰ ਦੀਆਂ ਮੰਗਾਂ ਸਾਡੇ ਹਿਰਦੇ ਵਿੱਚ ਹੁੰਦੀਆਂ ਕਿ ਜਿੰਨੀ ਬਰਾਤ ਆਉਣੀ ਹੈ ਉਹਨੂੰ ਕਮਲਿਆਂ ਕਰਨ ਦੇ ਵਾਸਤੇ ਸ਼ਰਾਬ ਚਾਹੀਦੀ ਹੈ, ਨਸ਼ਿਆਂ ਵਿਸ਼ਿਆਂ ਦੇ ਆਦੀ ਬਣਾਉਣ ਦੇ ਵਾਸਤੇ ਪ੍ਰਾਹੁਣਿਆਂ ਨੂੰ ਅਸੀਂ ਆਪਣੀ ਜਿਹੜੀ ਮੰਗ ਹੈ ਉਹ ਨਵੇਂ ਬਣੇ ਕੁੜਮਾਂ ਦੇ ਅੱਗੇ ਰੱਖਦੇ ਹਾਂ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਿਹੜਾ ਗ੍ਰਸਤ ਹੈ ਇਸ ਨੂੰ ਧਰਮ ਕਿਹਾ ਗਿਆ ਹੈ। ਜਦੋਂ ਬੰਦਾ ਧਰਮ ਦਾ ਧਾਰਨੀ ਹੁੰਦਾ ਹੈ, ਜਿਵੇਂ ਆਪਾਂ ਅੰਮ੍ਰਿਤ ਹੀ ਛਕਦੇ ਹਾਂ, ਗੁਰਸਿੱਖੀ ਧਰਮ ਧਾਰਦੇ ਹਾਂ, ਸਣ ਕੇਸ਼ੀ ਇਸ਼ਨਾਨ ਕਰਦੇ ਹਾਂ, ਇਵੇਂ ਆਦਿ ਕਾਲ ਤੋਂ ਗੁਰਸਿੱਖਾਂ ਦੇ ਵਿੱਚ ਇਹ ਮਰਿਆਦਾ ਹੈ ਕਿ ਜਦੋਂ ਆਨੰਦ ਕਾਰਜ ਹੁੰਦਾ ਹੈ ਉਸ ਦਿਨ ਉਹ ਸਣ ਕੇਸ਼ੀ ਇਸ਼ਨਾਨ ਕਰਦੇ, ਸਰੀਰ ਦੇ ਉੱਪਰ ਸੁੱਚੇ ਵਸਤਰ ਧਾਰਨ ਕਰਦੇ। ਪਰ ਜਦੋਂ ਗੁਰਸਿੱਖੀ ਧਰਮ ਧਾਰਦੇ ਹਾਂ ਉਸ ਵੇਲੇ ਅਸੀਂ ਪੰਜ ਪਿਆਰੇ ਸਹਿਬਾਨਾਂ ਕੋ ਅੰਮ੍ਰਿਤ ਦੀ ਦਾਤ ਮੰਗਦੇ ਹਾਂ। ਉਸ ਵੇਲੇ ਅਸੀਂ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਨਾਮ ਦੀ ਦਾਤ ਮੰਗਦੇ ਹਾਂ, ਮਰਿਆਦਾ ਮੰਗਦੇ ਹਾਂ। ਪਰ ਜਿਸ ਦਿਨ ਅਸੀਂ ਗ੍ਰਸਤ ਧਰਮ ਧਾਰਨ ਕਰਦੇ ਹਾਂ ਉਸ ਦਿਨ ਮਾਫ ਕਰਿਓ ਅਸੀਂ ਆਪਣੀ ਇੱਜ਼ਤ ਦੀਆਂ ਧੱਜੀਆਂ ਉਡਾਉਂਦੇ ਹਾਂ। ਜਿਹੜਾ ਧਰਮ ਹੀ ਅਸੀਂ ਐਵੇਂ ਧਾਰਨ ਕੀਤਾ ਜਿਸ ਦੇ ਵਿੱਚ ਨਾ ਆਪਣੀ ਨਾ ਅਗਲਿਆਂ ਦੀ ਇੱਜ਼ਤ ਰਹੀ, ਜਿਹੜਾ ਧਰਮ ਹੀ ਅਸੀਂ ਲਾਲਚ ਨੂੰ ਮੁੱਖ ਰੱਖ ਕੇ ਧਾਰਨ ਕੀਤਾ ਉਸ ਦੀ ਬੁਨਿਆਦ ਬਹੁਤੀ ਲੰਬੀ ਨਹੀਂ ਹੁੰਦੀ। ਤਾਂ ਹੀ ਅੱਜ ਬਹੁਤਾਤ ਸੰਸਾਰ ਦੇ ਵਿੱਚ ਜਿਹੜੇ ਰਿਸ਼ਤੇ ਹਨ ਉਹਨਾਂ ਦਾ ਛੁੱਟ ਛੁਡਾਵਾ ਹੋ ਜਾਂਦਾ ਹੈ। ਸੋ ਰਹੋ ਵਿਚਾਰ। ਜਦੋਂ ਸਤਿਕਾਰਯੋਗ ਬੀਬੀ ਭਾਨੀ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਹੱਥ ਜੋੜੇ, ਬਚਨ ਕਹਿ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵਾਹੋ ਦਾਨ ਮੈਂ ਦਾਜੋ, ਹਰ ਕਪੜੋ ਹਰ ਸੋਭਾ ਦੇਵਾਹੋ, ਜਿਤ ਸਵਰੈ ਮੇਰਾ ਕਾਜੋ। ਕਿਆ ਹੀ ਮੇਰੇ ਬਾਬੁਲ ਸਤਿਗੁਰੂ, ਜੇ ਮੈਨੂੰ ਦਾਜ ਦੇਣਾ ਹੈ ਤੇ ਪਰਮੇਸ਼ਰ ਦੇ ਨਾਮ ਦਾ ਦੇ, ਜਿਹੜਾ ਇਸ ਸੰਸਾਰ ਦੇ ਵਿੱਚ ਵੀ ਮੇਰੇ ਸਾਰੇ ਕਾਰਜ ਸਿੱਧ ਕਰ ਦਵੇ ਤੇ ਜੀਵਨ ਮੁਕਤੀ ਦੀ ਜਿਹੜੀ ਸਿੱਧਤਾ ਹੈ ਉਹ ਪ੍ਰਾਪਤ ਹੋ ਜਾਵੇ। ਕਿਉਂ? ਸੰਸਾਰ ਦਾ ਮਿਲਿਆ ਹੋਇਆ ਦਾਜ ਸ਼ਾਇਦ ਦੁਨੀਆ ਦੇ ਲੋਕ ਕਹਿ ਦੇਣਗੇ ਵੀ ਇਹ ਦਾਜ ਦੇ ਲੋਭੀ ਸਨ, ਇਹਨਾਂ ਨੇ ਰਿਸ਼ਤਾ ਇਹਨਾਂ ਦਾਜ ਮੰਗ ਕੇ ਕੀਤਾ ਹੈ। ਪਰ ਜਿਹੜਾ ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਬ੍ਰਹਿਮੰਡ ਹਰ ਸੋਭਾ ਹੋਏ, ਇਹੋ ਦਾਨ ਨਾ ਰਲੈ ਰਲਾਇਆ। ਜਿਹੜਾ ਪਰਮੇਸ਼ਰ ਦੇ ਨਾਮ ਦਾ ਦਾਨ ਹੈ ਨਾ, ਲੋਕ ਪਰਲੋਕ ਦੇ ਵਿੱਚ ਇਸ ਦਾਜ ਦੀ ਇਸ ਦਾਨ ਦੀ ਸ਼ੋਭਾ ਹੁੰਦੀ ਹੈ। ਇਹ ਦੁਨੀਆ ਦੇ ਦੁਨਿਆਵੀ ਜਿਹੜੇ ਦਾਜ ਹਨ, ਧੀਆਂ ਨੂੰ ਦਾਨ ਦਿੱਤੇ ਜਾਂਦੇ ਹਨ, ਉਹਨਾਂ ਦੇ ਨਾਲ ਰਲਾਇਆ ਵੀ ਰਲੇਗਾ ਨਹੀਂ। ਕਿਉਂਕਿ ਸਾਡਾ ਧਰਮ ਐਸਾ ਹੈ, ਮਰਿਆਦਾ ਬਣਦਿਆਂ ਸਤਿਗੁਰਾਂ ਨੇ ਬਚਨ ਕਿਹਾ ਹੈ ਨਾ ਵੀ ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੈ ਮੇਰੇ ਧਾਮ। ਕਹਿੰਦੇ ਜਿਸ ਵੇਲੇ
ਗੁਰੂ ਕੇ ਸਿੱਖ ਨੇ ਆਪਣਾ ਧੀ ਜਾਂ ਪੁੱਤਰ ਵਿਆਹੁਣਾ ਹੈ, ਉਸ ਵੇਲੇ ਉਸ ਨੂੰ ਉਸ ਦੇ ਪੈਸੇ ਨਾ ਵੱਟੇ, ਉਸ ਨੂੰ ਵੇਚੇ ਨਾ। ਉਹ ਸਾਡਾ ਸਿੱਖ ਹੈ, ਸਾਡੇ ਸਵਰੂਪ ਰੂਪੀ ਘਰ ਦੀ ਉਸ ਨੂੰ ਪ੍ਰਾਪਤੀ ਹੋਵੇਗੀ। ਸੋ ਜਦੋਂ ਬੀਬੀ ਭਾਨੀ ਜੀ ਨੇ ਇਹ ਬਚਨ ਕਹੇ ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਛਿਆ, ਪੁਰਖਾ ਤੇਰੇ ਵੀ ਮਨ ਦੇ ਵਿੱਚ ਕੋਈ ਉਮੰਗ ਹੈ ਮੰਗਣ ਦੀ? ਤਾਂ ਕਿਹਾ ਜੀ ਹਾਂ, ਮੇਰੀ ਵੀ ਇੱਛਾ ਹੈ। ਕੀ ਮੰਗਿਆ? ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ, ਗੁਰੂ ਕੇ ਸਿੱਖਾਂ ਨੂੰ ਇਹ ਬਚਨ ਸੁਣਾਉਣ ਲੱਗੇ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ, ਸਾਨੂੰ ਮੰਗਣ ਦੇ ਵਾਸਤੇ ਕਿਹਾ, ਅਸੀਂ ਗੁਰੂ ਕੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਇਵੇਂ ਬੇਨਤੀ ਕੀਤੀ। ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਚੌਥਾ। ਹਾਂਜੀ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰੋ ਗੁਰ ਪਾਸ। ਗੁਜਰੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਇਹ ਮੰਗਿਆ ਕਿ ਤੁਸੀਂ ਹਰੀ ਕੇ ਜਨ ਹੋ। ਹਰੀ ਦੇ ਜਨ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਹਰੀ ਨੂੰ ਜਨਾਉਣ ਵਾਲਾ ਹੋਵੇ, ਜਿਸ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਪ੍ਰਮਾਤਮਾ ਦੀ ਸਖਿਆਤਤਾ ਹੋ ਜਾਵੇ, ਪ੍ਰਮਾਤਮਾ ਦੇ ਦਰਸ਼ਨ ਹੋ ਜਾਣ। ਦੂਸਰਾ, ਜਿਹੜਾ ਹਰੀ ਦੀ ਭਗਤੀ ਕਰਨ ਵਾਲਾ ਹੋਵੇ। ਆਪਾਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ। 100 ਸਾਲ ਤੋਂ ਤਾਂ ਸਤਿਗੁਰੂ ਸਾਹਿਬ ਜੀ ਦੀ ਸਰੀਰਕ ਆਯੂ ਹੈ, ਪਰ ਹੱਥ ਕਿੱਲੀ ਦੇ ਨਾਲ, ਹੱਥ ਦੇ ਵਿੱਚ ਕਿੱਲੀ ਫੜ ਕੇ ਕਿ ਕਿਤੇ ਨੇਤਰਾਂ ਦੇ ਵਿੱਚ ਨੀਂਦ ਨਾ ਆ ਜਾਵੇ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਰੱਬ ਨੂੰ ਆਰਾਧਦੇ ਹਨ, ਉਸ ਪਰਮੇਸ਼ਰ ਨੂੰ ਚੇਤੇ ਕਰਦੇ ਆ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦੇ ਪ੍ਰਥਾਏ ਹਰ ਕੇ ਜਨ ਸ਼ਬਦ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵਰਤਿਆ ਹੈ, ਜਿਹੜੇ ਹਰੀ ਦੇ ਜਨਾਉਣ ਵਾਲੇ ਹਨ, ਹਰੀ ਦੇ ਭਗਤੀ ਕਰਨ ਵਾਲੇ ਹਨ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਵਾਰਸ ਹੋਣੇ ਕਰਕੇ ਸਤਿਗੁਰ ਸ਼ਬਦ ਵਰਤਿਆ ਹੈ। ਸਤ ਦਾ ਅਰਥ ਹੁੰਦਾ ਹੈ ਤ੍ਰੈ ਕਾਲ ਆਬਾਦ, ਗੁਰ ਚੇਤਨ ਸਵਰੂਪ। ਜਾਂ ਆਪਾਂ ਜਦੋਂ ਸੰਧੀ ਛੇਦ ਅਰਥ ਕਰਦੇ ਹਾਂ, ਗੋ ਨਾਮ ਹੁੰਦਾ ਹੈ ਹਨੇਰੇ ਦਾ, ਰੂਹ ਨਾਮ ਹੁੰਦਾ ਹੈ ਪ੍ਰਕਾਸ਼ ਦਾ। ਉਹ ਸੱਚਾ ਗੁਰੂ ਜਿਹੜਾ ਆਪਣੇ ਸਿੱਖਾਂ ਦੇ ਜੀਵਨ ਦੇ ਵਿੱਚੋਂ ਅਗਿਆਨਤਾ ਦਾ ਅੰਧਕਾਰ ਖਤਮ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਸ ਨੂੰ ਸਤਿਗੁਰੂ ਕਹੀਦਾ ਹੈ। ਫਿਰ ਸਤਿਪੁਰਖਾ। ਸਤਿਪੁਰਖ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਵਾਸਤੇ ਤਾਂ ਵਰਤਿਆ ਕਿ ਸਤਿਗੁਰੂ ਜੀ ਸਤ ਪ੍ਰਤੱਗੀ ਸਨ। ਜਿਹੜੀ ਪ੍ਰਤੱਗਿਆ ਜੀਵਨ ਦੇ ਵਿੱਚ ਕਰ ਲਈ ਉਸ ਨੂੰ ਓੜ ਨਿਭਾਇਆ। ਜੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਿਆਂ ਹੋਇਆਂ ਮਨ ਦੇ ਵਿੱਚ ਇਹ ਪ੍ਰਤੱਗਿਆ ਲਈ ਕਿ ਜਿੰਨਾ ਚਿਰ ਤੱਕ ਬਿਆਸਾ ਨਦੀ ਤੋਂ ਜਲ ਦੀ ਗਾਗਰ ਲਿਆਣ ਕੇ ਸਤਿਗੁਰੂ ਦੀ ਸੇਵਾ ਕਰਨੀ ਹੈ, 3 ਕੋਹ ਤੱਕ ਗੁਰੂ ਅੰਗਦ ਦੇਵ ਸਾਹਿਬ ਜੀ ਵਾਲੇ ਪਾਸੇ ਨੂੰ ਪਿੱਠ ਨਹੀਂ ਕਰਨੀ। 12 ਸਾਲ ਲਗਾਤਾਰ 3 ਕੋਹ ਪੁੱਠੇ ਪੈਰੀਂ ਤੁਰ ਕੇ, ਜਦੋਂ ਅੱਜ ਵੀ ਆਪਾਂ ਸ੍ਰੀ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਨੂੰ ਜਾਈਏ, ਜਾਂਦਿਆਂ ਹੋਇਆਂ 3 ਕੋਹ ਦੀ ਦੂਰੀ ਦੇ ਉੱਪਰ ਸੱਜੇ ਹੱਥ ਗੁਰਦੁਆਰਾ ਸਾਹਿਬ ਹੈ ਦਮਦਮਾ ਸਾਹਿਬ। ਉੱਥੇ ਜਾ ਕੇ ਗਾਗਰ ਰੱਖਣੀ, ਅੱਜ ਵੀ ਉਹ ਦਰਖਤ ਮੌਜੂਦ ਹੈ। ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ, ਫਿਰ 1 ਕੋਹ ਬਿਆਸਾ ਵਾਲੇ ਪਾਸੇ ਨੂੰ ਮੁੱਖ ਕਰਕੇ ਤੁਰਨਾ। ਜੇ ਨੇਮ ਦੇ ਨਾਲ ਸੇਵਾ ਨਿਭਾਈ
ਸਤਿਗੁਰੂ ਜੀ ਸੇਵਾ ਤੋਂ ਪ੍ਰਸੰਨ ਹੋਏ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਖਡੂਰ ਸਾਹਿਬ ਵਾਲੇ ਪਾਸੇ ਨੂੰ ਆ ਰਹੇ ਸਨ ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਬਾਂਹ ਦਾ ਉੱਪਰਲਾ ਹਿੱਸਾ, ਜਿਹਨੂੰ ਆਪਾਂ ਡੌਲਾ ਕਹਿ ਦਿੰਦੇ ਆ, ਇੱਥੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਕੜਿਆ। ਬਰੋਬਰ ਤੋਰਨਾ ਚਾਹੁੰਦੇ ਹਨ ਪਰ ਸਤਿਗੁਰੂ ਦੇ ਉੱਪਰ ਭਾਵਨਾ ਹੈ, ਬਰੋਬਰ ਨਹੀਂ ਤੁਰ ਰਹੇ। ਫਿਰ ਸਤਿਗੁਰੂ ਨੇ ਬਚਨ ਕਿਹਾ, ਪੁਰਖਾ ਸਾਡੇ ਕਰੀਬ ਹੋ ਕੇ ਬਰੋਬਰ ਤੁਰ। ਜਦੋਂ ਬਰੋਬਰ ਤੁਰਨ ਲੱਗੇ, ਸੁਭਾਵਿਕ ਹੈ ਜਦੋਂ ਆਪਾਂ ਤੁਰਦੇ ਹਾਂ ਜਿਹੜੀਆਂ ਸਾਡੀਆਂ ਬਾਹਾਂ ਹਨ ਉਹ ਅੱਗੇ ਪਿੱਛੇ ਜਾਂਦੀਆਂ ਹਨ। ਇੱਕ ਤਾਂ ਬਾਂਹ ਸਤਿਗੁਰੂ ਸਾਹਿਬ ਜੀ ਨੇ ਫੜੀ ਹੋਈ ਸੀ, ਜਿਹੜੀ ਖੱਬੀ ਬਾਂਹ ਸੀ ਉਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਸਰੀਰ ਦੇ ਨਾਲੋਂ ਅੱਗੇ ਚਲੇ ਗਏ। ਭਾਵਨਾ ਸੀ ਮਨ ਦੇ ਵਿੱਚ, ਵਿਚਾਰ ਆ ਗਏ ਕਿ ਇਹਨਾਂ ਨੇ ਸਤਿਗੁਰੂ ਦੀ ਨਰਾਦਰੀ ਕੀਤੀ ਹੈ ਸਾਡੇ ਇਸ ਸਰੀਰ ਦੇ ਅੰਗ ਨੇ। ਜਿਹੜਾ ਸਤਿਗੁਰੂ ਦੇ ਸਰੀਰ ਦੀ ਨਿਰਾਦਰੀ ਕਰਦਾ ਹੈ ਅੰਗ, ਉਸ ਦੇ ਕੋਲੋਂ ਅਸੀਂ ਕੋਈ ਵੀ ਕੰਮ ਕਾਜ ਨਹੀਂ ਲੈਣਾ, ਉਸ ਤੋਂ ਅਸੀਂ ਗੁਰੂ ਦੀ ਸੇਵਾ ਨਹੀਂ ਕਰਵਾਉਣੀ। ਆਪ ਇਤਿਹਾਸ ਪੜ੍ਹੋ, ਖੱਬੀ ਬਾਂਹ ਦੀ ਉਸ ਦਿਨ ਤੋਂ ਵਰਤੋਂ ਹੀ ਛੱਡ ਦੇ। ਆਖਰਕਾਰ ਨੂੰ ਇਹ ਆਪਣੇ ਆਪ ਜਿਹੜੀ ਬਾਂਹ ਸੀ ਉਹ ਸੁੱਕਣੀ ਸ਼ੁਰੂ ਹੋ ਗਈ, ਕਿਉਂਕਿ ਜਦੋਂ ਕੰਮ ਹੀ ਕੋਈ ਨਾ ਲਿਆ। ਪਹਿਲੋਂ ਤੇ ਚਾਹੁੰਦੇ ਸਨ ਵੀ ਇਸ ਨੂੰ ਕੱਟ ਦਈਏ, ਪਰ ਫਿਰ ਮਨ ਦੇ ਵਿੱਚ ਆਇਆ ਵੀ ਸਤਿਗੁਰੂ ਗੁੱਸੇ ਹੋਣਗੇ। ਇਵੇਂ ਸਤਿਗੁਰੂ ਸਾਹਿਬ ਜੀ ਦੀ ਪ੍ਰਤੱਗਿਆ ਹੈ। ਜੇ ਸ੍ਰੀ ਗੋਇੰਦਵਾਲ ਸਾਹਿਬ ਗਏ, ਮਹਾਰਾਜ ਸਾਹਿਬ ਜੀ ਨੇ ਉੱਥੇ ਪ੍ਰਤੱਗਿਆ ਕਰ ਲਈ ਕਿ ਜਿੰਨਾ ਚਿਰ ਤੱਕ ਅਸੀਂ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹਾਂ, ਉਹਨਾਂ ਚਿਰ ਤੱਕ ਇਸ ਨਗਰੀ ਦੇ ਵਿੱਚ ਕਾਲ ਨਹੀਂ ਆਉਣਾ ਚਾਹੀਦਾ। ਕਿਸੇ ਬਜ਼ੁਰਗ ਨੂੰ, ਕਿਸੇ ਜਵਾਨ, ਕਿਸੇ ਬਾਲਕ ਨੂੰ ਇੱਥੋਂ ਮੌਤ ਨਾ ਮਾਰੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਪੱਟ ਸਾਹਿਬਾਨਾਂ ਦੇ ਆਪਾਂ ਸਵਈਏ ਪੜ੍ਹਦੇ ਹਾਂ, ਨਿਸ ਬਾਸੁਰ ਏਕ ਧਿਆਨ ਸਮਾਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਸੂਰਜ ਦਾ ਸੁਪੁੱਤਰ ਜਿਹੜਾ ਧਰਮ ਰਾਜਾ ਸੀ ਉਹ ਵੀ ਡਰ ਗਿਆ ਕਿ ਸਤਿਗੁਰੂ ਨੇ ਪ੍ਰਤੱਗਿਆ ਕਰ ਲਈ ਹੈ। ਇਹ ਪ੍ਰਤੱਗਿਆ ਪਾਲਕ ਹਨ, ਇਹ ਪ੍ਰਣ ਨੂੰ ਨਿਭਾਉਂਦੇ ਹਨ, ਇਸ ਵਾਸਤੇ ਨਹੀਂ ਜਾਣਾ ਚਾਹੀਦਾ। 22 ਸਾਲ ਗੁਰਤਾ ਗੱਦੀ ਦੇ ਉੱਪਰ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਰੀਰ ਕਰਕੇ ਮੌਜੂਦ ਰਹੇ। ਉਹਨਾਂ ਚਿਰ ਤੱਕ ਜਿਹੜਾ ਕਾਲ ਸੀ ਉਹ ਇਸ ਨਗਰੀ ਦੇ ਵਿੱਚ ਆਣ ਕੇ ਪੈਰ ਵੀ ਨਹੀਂ ਪਾ ਸਕਿਆ। ਤਾਂ ਸਤਿਪੁਰਖਾ ਸ਼ਬਦ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਵਰਤਿਆ। ਹਰ ਕੇ ਜਨ ਦਾ ਅਰਥ ਹੈਰੀ ਨੂੰ ਜਨਾਉਣ ਵਾਲੇ। ਸਤਿਗੁਰ ਸ਼ਬਦ ਦਾ ਅਰਥ ਹੈ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਹਨ। ਔਰ ਸਤਿਪੁਰਖਾ ਦਾ ਅਰਥ ਹੈ ਕਿ ਸਤਿਗੁਰੂ ਸਤ ਪ੍ਰਤੱਗੀ, ਜਿਹੜਾ ਪ੍ਰਤੱਗ ਧਾਰਨ ਕਰ ਲਿਆ, ਜਿਹੜੀ ਪ੍ਰਤੱਗਿਆ ਕਰ ਲਈ, ਉਸ ਨੂੰ ਪਾਲਿਆ ਹੈ। ਦੂਸਰਾ ਅਰਥ ਸਤਿਪੁਰਖ ਦਾ ਹੈ, ਸਤ ਦਾ ਅਰਥ ਹੁੰਦਾ ਹੈ ਸੱਚਾ, ਜੋ ਪੁਰੀਆਂ ਨੂੰ ਖੈ ਕਰਨ ਦੀ ਸਮਰੱਥਾ ਰੱਖਦਾ ਹੈ, ਉਸ ਦਾ ਮਿਲਾਪ ਕਰਵਾਉਣ ਵਾਲੇ। ਇਵੇਂ ਬੜੀ ਭਾਵਨਾ ਦੇ ਨਾਲ ਬੇਨਤੀ ਕਰਦੇ ਹਨ ਕਿ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਹਰ ਕੇ ਜਨ ਹੋ, ਸਤਿਗੁਰੂ ਸਤਿਪੁਰਖ ਹੋ। ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮਹਾਰਾਜ ਅਸੀਂ ਤੇ ਕੀੜੇ ਸਾਂ, ਕਿਰਮਾਂ ਦੀ ਨਿਆਈ ਸਾਂ, ਕੋਈ ਨਾ ਜਾਣੈ ਕੋਈ ਨਾ ਮਾਨੈ। ਮਹਾਰਾਜ ਕੋਈ ਜਾਣਦਾ ਨਹੀਂ ਸੀ, ਕੋਈ ਮੰਨਦਾ ਨਹੀਂ ਸੀ। ਬਚਨ ਆਉਂਦਾ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ। ਮਹਾਰਾਜ ਸਾਡੇ ਜੀਵਨ ਤੇ ਕੀੜੇ ਕਿਰਮਾਂ ਦੀ ਨਿਆਈ ਸੀ। ਕੀੜਾ ਜਿਹੜਾ ਇਹ ਬਾਹਰ ਤੁਰੇ ਫਿਰਦੇ ਹਨ, ਕੀੜੇ ਕਿਰਮ ਕਿਹਾ ਜਾਂਦਾ ਹੈ। ਜਿਵੇਂ ਸਬਜ਼ੀ ਤੇ ਆਦਿਕ ਫਲਾਂ ਦੇ ਵਿੱਚ ਛੋਟੇ ਛੋਟੇ ਕੀੜੇ ਹੁੰਦੇ ਆ,
ਤੇ ਸੰਪਰਦਾਈ ਮਹਾਂਪੁਰਖਾਂ ਨੇ ਇਹ ਵੀ ਲਿਖਿਆ ਹੋਇਆ ਹੈ ਅਮੀਰ ਭੰਡਾਰ ਟੀਕੇ ਦੇ ਵਿੱਚ ਵੀ ਕੀੜੇ ਉਹ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਦੇ ਵਿੱਚ ਹੱਡੀ ਹੋਵੇ, ਜਿਹੜੇ ਕੇਵਲ ਮਾਸ ਦੇ ਬਣੇ ਹੋਣ ਉਹਨਾਂ ਨੂੰ ਕਿਰਮ ਕਿਹਾ ਜਾਂਦਾ ਹੈ। ਬੜੇ ਪ੍ਰੇਮ ਦੇ ਨਾਲ ਬੇਨਤੀ ਕੀਤੀ, ਮਹਾਰਾਜ ਇਹ ਸਰੀਰ ਮਾਸ ਚੰਮ ਦਾ ਬਣਿਆ ਹੋਇਆ ਹੈ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪੁਰਖਾ ਮੰਗਦਾ ਕੀ ਹੈ? ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਰ ਦਇਆ। ਮਹਾਰਾਜ ਕਿਰਪਾ ਕਰੋ, ਸਾਡੇ ਜੀਵਨ ਦੇ ਉੱਪਰ ਦਇਆ ਕਰੋ, ਨਾਮ ਪ੍ਰਗਾਸ। ਇਸ ਜੀਵਨ ਦੇ ਵਿੱਚ ਜਿਹੜੀ ਨਾਮ ਦੀ ਉਹ ਪ੍ਰਗਾਸਤਾ ਕਰ ਦਓ, ਇਸ ਜੀਵਨ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਵੇ। ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਆਉਂਦਾ ਹੈ ਕਿ ਗੁਰੂ ਕਾ ਸਿੱਖ ਜਦੋਂ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਅਰਦਾਸ ਕਰੇ, ਬੇਨਤੀ ਕਰੇ, ਤਾਂ ਜਿੱਥੇ ਹੋਰ ਵਸਤਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਕੋਲੋਂ ਮੰਗਣੀਆਂ ਹਨ, ਉੱਥੇ ਇਹ ਵੀ ਬੇਨਤੀ ਕਰੇ ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਜਿੱਥੇ ਹੋਰ ਆਪ ਸਾਰਾ ਕੁਝ ਬਖਸ਼ਣ ਵਾਲੇ, ਇਸ ਦੇ ਵਿੱਚ ਸ਼ੱਕ ਕੋਈ ਨਹੀਂ ਕਿ ਕਿਹੜੀ ਚੀਜ਼ ਕਿਹੜੀ ਵਸਤੂ ਹੈ ਜਿਹੜੀ ਤੁਹਾਡੇ ਚਰਨਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਪਰ ਇਹਨਾਂ ਸਾਰੀਆਂ ਵਸਤੂਆਂ ਦੇ ਨਾਲ ਨਾਲ ਕਿਰਪਾ ਕਰੋ ਨਾਮ ਦੀ ਦਾਤ ਵੀ ਸਾਡੀ ਝੋਲੀ ਦੇ ਵਿੱਚ ਪਾ। ਹਰ ਦਇਆ ਪ੍ਰਭ ਧਾਰਹੁ, ਪਾਖਨ ਹਮ ਤਾਰਹੁ, ਕਰ ਦਇਆ ਲੜ ਲਾਏ ਲੀਚੀ। ਮਹਾਰਾਜ ਹੈ ਤਾਂ ਸਾਡੇ ਮਨ ਪੱਥਰਾਂ ਦੀ ਨਿਆਈ ਅਭੇਜ ਹਨ, ਜਿੰਨਾ ਮਰਜੀ ਇਹਦੇ ਉੱਪਰ ਨਾਮ ਦਾ ਜਲ ਪਈ ਜਾਵੇ, ਇਹ ਕਠੋਰਤਾ ਨਹੀਂ ਤਿਆਗਦਾ। ਮਨ ਦੀ ਹਾਲਾਤ ਹੀ ਕੁਛ ਐਸੇ ਹਨ, ਪਰ ਆਪ ਕਿਰਪਾ ਕਰੋ ਇਹਨੂੰ ਨਾਮ ਰੂਪੀ ਜਲ ਦੇ ਵਿੱਚ ਸਿੰਚ ਦਿਓ, ਇਸ ਦੇ ਉੱਪਰ ਨਾਮ ਰੂਪੀ ਜਲ ਜਿਹੜਾ ਉਹ ਸਿੰਜ ਦਿਓ, ਆਪ ਜੀ ਦੇ ਜਿਸ ਦੇ ਨਾਲ ਚਰਨਾਂ ਦੇ ਨਾਲ ਨਿਭ ਜਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਹਨ ਕਿ ਐਵੇਂ ਬੇਨਤੀ ਕਰੋ ਗੁਰਸਿੱਖੋ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਮਹਾਰਾਜ ਅਸੀਂ ਕੀੜੇ ਕਿਰਮਾਂ ਦੀ ਨਿਆਈ ਹਾਂ, ਹੱਡ ਮਾਸ ਦਾ ਇਹ ਸਰੀਰ ਬਣਿਆ ਹੋਇਆ ਹੈ, ਸਤਿਗੁਰ ਸਰਨਾਈ ਇਹ ਹੱਡ ਮਾਸ ਦਾ ਸਰੀਰ ਤੁਹਾਡੀ ਸ਼ਰਨ ਦੇ ਵਿੱਚ ਆਈ ਪ੍ਰਾਪਤ ਹੋਇਆ, ਤੁਹਾਡੀ ਸ਼ਰਨ ਇਸ ਨੂੰ ਪ੍ਰਾਪਤ ਹੋਈ ਹੈ। ਕਿਰਪਾ ਕਰੋ ਕਰ ਦਇਆ ਨਾਮ ਪ੍ਰਗਾਸ। ਆਪ ਇਸ ਜੀਵਨ ਦੇ ਉੱਪਰ ਤਰਸ ਕਰਕੇ ਦਇਆ ਕਰੋ, ਨਾਮ ਦਾ ਪ੍ਰਗਾਸ਼ ਕਰ ਦਿਓ। ਕਿਉਂਕਿ ਗੁਰਸਿੱਖੋ ਕਈਆਂ ਦੇ ਮਨਾਂ ਦੇ ਵਿੱਚ ਇਹ ਭੁਲੇਖਾ ਹੁੰਦਾ ਹੈ ਕਿ ਨਾਮ ਤਾਂ ਅਸੀਂ ਵੀ ਜਪਦੇ ਹੀ ਆ ਨਾ, ਗੁਰੂ ਦੇ ਕੋਲੋਂ ਨਾਮ ਮੰਗਣ ਦੀ ਕੀ ਲੋੜ ਹੈ। ਮਹਾਂਪੁਰਖਾਂ ਨੇ ਇੱਕ ਸਾਖੀ ਸੁਣਾਈ ਹੈ, ਕਹਿੰਦੇ ਇੱਕ ਵਾਰ ਇੱਕ ਮਹਾਤਮਾ ਦੇ ਕੋਲ ਇੱਕ ਜ਼ਿਮੀਂਦਾਰ ਗਿਆ, ਕਿਹਾ ਜੀ ਕਿਰਪਾ ਕਰਕੇ ਨਾਮ ਦਿਓ। 1 ਸਾਲ ਲਗਾਤਾਰ ਸੇਵਾ ਕਰਦਾ ਰਿਹਾ। ਆਖਰਕਾਰ ਨੂੰ ਉਸ ਜਿਹੜਾ ਜਗਿਆਸੂ ਸੀ ਉਸਨੇ ਫੇਰ ਬੇਨਤੀ ਕੀਤੀ ਕਿ ਮਹਾਰਾਜ ਹੁਣ ਤਾਂ 1 ਸਾਲ ਹੋ ਗਿਆ ਤੁਹਾਡੀ ਸੇਵਾ ਕਰਦਿਆਂ ਹੋਇਆਂ ਕਦੀ ਨਾਗਾ ਨਹੀਂ ਪਾਇਆ, ਕਿਰਪਾ ਕਰੋ ਨਾਮ ਹੀ ਬਖਸ਼ ਦਿਓ। ਤੇ ਮਹਾਂਪੁਰਖ ਕਹਿਣ ਲੱਗੇ ਚੰਗਾ ਭਾਈ ਕਿ ਸਨ ਕੇਸ਼ੀ ਇਸ਼ਨਾਨ ਕਰਕੇ ਆਈ। ਸਨ ਕੇਸ਼ੀ ਇਸ਼ਨਾਨ ਕਰਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਲਿਆਣ ਕੇ ਕਿਹਾ ਬੋਲ ਵਾਹਿਗੁਰੂ। ਉਹਨੇ ਵਾਹਿਗੁਰੂ ਤੇ ਬੋਲਦਾ ਪਰ ਬਹੁਤ ਲਾਲ ਪੀਲਾ ਹੋਇਆ। ਬਾਹਰ ਜਾ ਕੇ ਕਹਿਣ ਲੱਗਾ ਉਹ ਮਹਾਤਮਾ 1 ਸਾਲ ਜੇ ਸੇਵਾ ਕਰਾ ਕੇ ਮੈਨੂੰ ਵਾਹਿਗੁਰੂ ਹੀ ਦੇਣਾ ਸੀ ਤੇ ਇਹ ਤੇ ਮੇਰੀ ਮਾਂ ਜਦੋਂ ਮੈਂ ਸੁੱਤਾ ਹੁੰਦਾ ਸਾਂ ਮੈਨੂੰ ਉਠਾਉਣ ਲੱਗਿਆ ਵੀ ਵਾਹਿਗੁਰੂ ਹੀ ਕਰਾਉਂਦੀ ਸੀ। ਇਹ ਤੇ ਜਦੋਂ ਅਸੀਂ ਖੇਤੀ ਬੀਜਦੇ ਸਾਂ ਉਦੋਂ ਵੀ ਵਾਹਿਗੁਰੂ ਹੀ ਕਹਿੰਦੇ ਸਾਂ। ਇਹ ਤੇ ਜਦੋਂ ਅਰਦਾਸ ਦੇ ਵਿੱਚ ਖਲੋਈਦਾ ਸੀ ਉਦੋਂ ਵੀ ਵਾਹਿਗੁਰੂ ਕਹੀਦਾ ਸੀ। ਮੈਂ ਤੇ ਕਿਹਾ ਵੀ ਕੋਈ ਚੰਗਾ ਨਾਮ ਦੇਵੇਂਗਾ, ਤੂੰ ਵਾਹੇ 1 ਸਾਲ ਸੇਵਾ ਕਰਾ ਕੇ ਤੇ ਕਹਿਤਾ ਵੀ ਕਹਿ ਵਾਹਿਗੁਰੂ।
महात्मा सियाने सन, उन्हां दे कोल एक लाल सी। आम जिहड़े पुरातन साधु महात्मा सन, बेशक गोदड़ी दे धारनी होया करदे सन, उन्हां दे कोल कोई ना कोई बहुत कीमती चीज़ होया करदी। वो लाल दे के उस नूं कहण लगे, नगर दे विच जाई ते इस दा भाव पुछ के आई, बेची ना किसे नूं। जिहदे कोलों हर रोज़ भिख्या लैण दे वास्ते जांदे सन, उस माई कोल गए, कहण लगे, माई आ मैं लाल बेचना है, इसकी कीमत। कहंदे अगे एक बुक आटे का खड़दा है, अज 2 लै जा, क्योंकि चमकदार है। अपना जिहड़ा मेरा पुत्र है उसकी मैं गल दे विच पा देवांगी नज़र वटू बना के। एक कोल होर गए, अगले पासे वो दुकानदार से उसनूं पुछया, कहण लगे वो 1 आना कीमत। अगे एक दे पास गए, वो कहने लगा 1 रुपया कीमत। तीसरी जगह के उपर गए, वो अमीर सी दुकानदार, वो कहने लगा 100 रुपया कीमत। तुरदे तुराउंदे एक जौहरी दे पास आ गए, वो कहने उसने 100 रुपया दर्शनी भेटा ही दिती। कहने लगे मैं घर बार वेच के, दुकान वेच के सारा कुछ भी तेनू दे देवां, फिर भी इस लाल की कीमत नहीं पै सकती। वापस आ गया, महात्मा ने पूछा, पुछ के आए हैं, कीमत पता करके आए हैं? कहने लगा जी हाँ। कहंदे किन्नी को कीमत पई? कहने लगे जिहदे कोलों पहलों गया माई कोलों, ते इनू नज़र वटू बनाउणा चाहुंदी सी अपने पुत्र दा गल दा। अगे 1 बुक दिंदी सी, हुण कहंदी मैं 2 बुक दे दिन्नी आटे ते। कहंदे होर कोई दुकान? जी हाँ। अगे गया, किसी ने 1 आना कीमत लाई, किसी ने 1 रुपया कीमत लाई, किसी ने 100 रुपया कीमत लाई। आखिरकार नूं एक जौहरी की दुकान से उत्ते गया तो उसने 100 मोहर दर्शनी भेटा दी है। उन्हें यह गल कही है कि मेरे कोल इसकी कीमत कोई नहीं। महात्मा सियाने सन, समझाउण लगे, कहण लगे जिहड़ी तेरी माता तेनू सुत्तियां नूं उठाउण दे वास्ते वाहिगुरू शब्द दा जुबान तो उचारण करदे सी ना, उन्होंने इन्हां ते पता सी रब दा नाम है, पर वो कीमत नहीं सी जानदी। उहदे वास्ते ये 2 बुक आटे दी न्याई कीमत दा सी, क्योंकि हरेक दे वास्ते हरेक जिहड़ी वस्तु है वो कीमती नहीं हुंदी। हुण जिहड़ा शराबी बंदा है उन्होंने जिन्ना मर्जी वधिया जूस, इत्थों तक अमृत भी दे दो, उन्हें कहना मैं की करना, मेरे वास्ते शराब की बोतल लभ के लियाओ, क्योंकि उसनूं शराब ही कीमती है। अमली बंदे दे वास्ते अमल कीमती है, ना कि अमृत। इवें प्यासे दे वास्ते पानी कीमती है, भुखे दे वास्ते भोजन कीमती है। सो रहो विचार, इवें बचन तां कह भी हरेक चीज़ हरेक मनुख दे वास्ते कीमती नहीं हुंदी। तां महात्मा कह लगा जिथे दूसरी जगह ते गया सी उन्हें रुपया मुल पाया है ना, वो इवें समझ ला भी जदों तू खेती बीजन लग्या वाहिगुरू कहंदा सी, लालच हुंदा सी भी वाहवा होवेगी खेती तां तो वाहिगुरू कहंदा सी, कीमत उदों भी नहीं सी पता। सत संगत दे विच अरदास दे विच शामिल हो के जिहड़ा वाहिगुरू कहना है उहदी कीमत इन्नी को ला ला के 100 रुपये दी नहीं आई, पर जिहड़ा गुरु की हजूरी दे विच बैठ के सतगुरु दे पासों गुरमंत्र प्राप्त करना है, इस दी कोई कीमत नहीं। आपां श्री जपजी साहिब जी दे विच पावन बचन पढ़े हन, अमुल्लो अमुल आख्या ना जाए। वाहिगुरू परमात्मा दा नाम अमुल्क है। अमुल वो चीज़ हुंदी है जिसका कोई भी मुल ना हो, तां ये अमुल्क है। वही वस्तु सतगुरु ने सानू तां ही विधि विधान समझाया कि गुरसिखा अमृत छकी। गुरु के चरणों दे विच सतगुरु साहिब जी दे समक्ष हो के सतगुरु दे दर्शन करदियां होया गुरु के खास रूप 5 प्यारे साहिबाना कोलों नाम लई।
क्योंकि सानू पंज प्यारे साहिबान ये बचन भी कहते हैं भी जेड़ा कला दुकला नाम दिंदा है जां लैंदा है, दोवें नरक मर के नरकां दे भागी बनदे हैं। उन्होंने ये बचन सानू दृढ़ाउंदे हन कि जदों भी नाम लेना है पंज प्यारे साहिबान होण, वो कल्ले नहीं, सतगुरु श्री गुरु ग्रंथ साहिब जी की हजूरी होवे, सतगुरु गुरु ग्रंथ साहिब जी के दर्शन करदियां होया पंज प्यारे साहिबाना कोलों जिसनों सतगुरु साहिब जी ने अपनी छाप दी है, उथों नाम की प्राप्ति करनी है। इस वास्ते धन सतगुरु श्री गुरु रामदास महाराज सच्चे पातशाह जी कहन लगे, सतगुरु के चरणों दे विच बेनती करो, महाराज हड्ड मास का ये शरीर है, तुहाडी शरण दे विच आया है, कृपा करके दया करो साडे जीवन दे उपर ते नाम प्रकाश, नाम दे प्रकाशता करा दो, भाव नाम हिरदे विच विसा दो। दूसरा अर्थ कर दया नाम, कृपा करके दया करके नाम दी दात दे दो, जिसने नाल वाहिगुरु परमात्मा दा ज्ञान हो जावे, प्रकाश हो जावे। मेरे मीत गुरुदेव मोको राम नाम प्रगास। ये हर वेले साडी सहायता करन वाले मेरे मित्र सतगुरु, हरेक जगह दे उपर प्रकाशमान सतगुरु, मोका राम नाम प्रकाश, परमेश्वर का जो नाम है वो साडे जीवन दे विच प्रकाश कर दवो। गुरमत नाम मेरा प्राण सखाए, हर कीरत हमरी रहरास। क्योंकि गुरु की मत दे मुताबिक जेड़ा मिलिया होया नाम है वो मेरे प्राणा दा सखा है। सखा कह लीए वो मेरे प्राणा दा संबंधी है। सखाई दा अर्थ है सखा आई, वो मेरा सखा होवेगा लोक दे विच भी ते परलोक दे विच भी। जिहड़े आपां पावन बचन पढ़दे आ, जह मात पिता सुत मीत न भाई, मन ऊहा नाम तेरे संग सहाय। जिथे माता पिता ਧੀਆਂ ਪੁੱਤਰ ਸਾਰੇ ਹੀ ਸਾਥ ਛੱਡ ਦੇਣਗੇ, ਉੱਥੇ ਵੀ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਗੁਰੂ ਦੀ ਮੱਤ ਦੇ ਮੁਤਾਬਕ ਪ੍ਰਾਪਤ ਕੀਤਾ ਹੋਵੇ ਉਹ ਸਖਾ ਬਣੇਗਾ, ਸਹਾਈ ਬਣੇਗਾ। ਨਹੀਂ ਤੇ ਗੁਰਸਿੱਖੋ ਨਾਮ ਤਾਂ ਸੰਸਾਰ ਦੇ ਵਿੱਚ ਰਾਧਾ ਸੁਆਮੀ ਵੀ ਦਿੰਦੇ ਹਨ। ਹਰੇਕ ਹੀ ਬੰਦਾ ਆਪਣੇ ਆਪ ਨੂੰ ਜਿਹੜਾ ਗੁਰੂ ਕਹਾਉਣ ਵਾਲਾ ਹੈ, ਬੇਸ਼ੱਕ ਗੁਰੂ ਕੀ ਬਾਣੀ ਚੋਂ ਹੀ ਉਹ ਸ਼ਬਦ ਲੈਂਦੇ ਹਨ, पर वो कन्नां दे विच दिंदे हन भी आ मैं तेनू नाम देता। तो वह भी कहिंदे असीं अपने बाबे को नाम लिया है, तो बाबे ने सानू कहा भी जे किसी नूं दसता तो तेनू दुख सहेड़ने पैणगे, दुख झल्लने पैणगे। वो कैसा नाम होवेगा जिहड़ा किसी नूं दसन करके शरीर नूं दुख प्राप्त कराउंदा है। पर भले सतगुरु का जो पावन नाम है, महाराज ने आवाज़ा मारिया भी किसी दी झोली खाली ना रहे। बचन कहे जाप मन सतनाम सदा सतनाम, हलत पलत मुख उजल हुई है, नित ध्याइए हर पुरख निरंजन। ये नहीं कहा भी मैं तेनू तेरे कान दे विच नाम देना, दूसरे नूं ये नाम देता ते तेरा शरीर रोगी हो जाएगा, तेरे शरीर नूं दुखां दी प्राप्ति हो। महाराज सच्चे पातशाह जी ने भरी हुई गुरु की संगत दे विच जेड़ा आया भावना दे नाल उसनूं भी कहा उस सच्चे परमेश्वर दा नाम जप। की है सच्चे परमेश्वर दा नाम? सतनाम। गुरसिखा सतनाम वाहिगुरु क्या कर। कोई भी जो वाहिगुरु परमात्मा का नाम है उसनों अपनी जुबान दे नाल जपना कर, क्योंकि ये साडे प्राणा दा सखाई है, सखा है। हर कीरत वाहिगुरु परमात्मा की जेड़ी कीरती है, वाहिगुरु परमात्मा की जेड़ी जस करना है, वो हमरी रहरास, वो साडी रौ रीति बन जाए, वो साडे जीवन की रहरास मर्यादा बन जाए। हर कीरत वाहिगुरु परमात्मा की जेड़ी कीरती है उसनों असीं करिए, जिस दे नाल
ਨਾਮ ਦੀ ਪੂੰਜੀ ਪ੍ਰਾਪਤ ਹੋ ਕੇ ਰਹਿਰਾਸ ਸਾਡੀ ਪਰਮੇਸ਼ਰ ਦੇ ਨਾਲ ਜਾਂ ਪਰਲੋਕ ਦੇ ਵਿੱਚ ਸਾਡੀ ਰਹਿ ਆਵੇ। ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਹਰੀ ਦੇ ਜਨ ਹਨ, ਉਹਨਾਂ ਦੇ ਵੱਡੇ ਭਾਗ ਹਨ ਤੇ ਵੱਡਿਆਂ ਦੇ ਨਾਲੋਂ ਵਡੇਰੇ ਵੀ ਉੱਤਮ ਭਾਗ ਹਨ। ਮਹਾਰਾਜ ਕੀ ਕਾਰਨ? ਕਹਿੰਦੇ ਜਿਨ ਹਰ ਹਰ ਸਰਦਾ, ਜਿਨ੍ਹਾਂ ਦੇ ਜੀਵਨ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੇ ਉੱਪਰ ਸ਼ਰਧਾ ਵੱਜ ਗਈ ਹੈ ਤੇ ਹਰ ਪਿਆਸ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਪਿਆਸ ਹੈ ਨਾ, ਉਹ ਜੀਵਨ ਦੇ ਵਿੱਚ ਜਾਗੀ ਹੈ। ਪਿਆਸ ਨਾ ਬੁਝੈ ਮੂੰਹ ਕਣੀ, ਘਣੀ ਪਿਆਸ ਹੈ। ਜਿਵੇਂ ਬਹੁਤੀ ਪਿਆਸ ਲੱਗੀ ਹੋਵੇ ਤੇ ਬਹੁਤਾ ਜਲ ਛਕ ਲਈਦਾ ਹੈ ਨਾ, ਇਵੇਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਪਿਆਸ ਲੱਗ ਰਹੀ ਹੈ, ਉਹ ਇਸ ਸੰਸਾਰ ਦੇ ਵਿੱਚ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ ਹਨ ਤੇ ਵਡੇਰੇ ਉਹ ਵੱਡੇ ਹਨ। ਕਿਉਂ? ਵੱਡ ਭਾਗ ਉਹਨਾਂ ਦੇ ਜੀਵਨ ਤੋਂ ਵੱਡ ਪੁਣਾ, ਹੰਕਾਰ ਪੁਣਾ ਭਾਗ ਭੱਜ ਗਿਆ ਹੈ, ਨਾਸ਼ ਹੋ ਗਿਆ ਹੈ। ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪਰਗਾਸ। ਇਹੋ ਜਿਹੇ ਜਿਹੜੇ ਤ੍ਰਿਪਤਾਸਹਿ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ, ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪਿਆਸ ਲੱਗੀ ਹੋਈ ਹੈ, ਉਹਨਾਂ ਨੂੰ ਜਦੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਉਹ ਅਗਾ ਜਾਂਦੇ ਹਨ। ਗੁਰੂ ਕੀ ਬਾਣੀ ਦਾ ਬਚਨ ਹੈ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਿਵੇਂ ਭੁੱਖਾ ਹੋਵੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਛੇਤੀ ਕਾਜ। ਜਿਵੇਂ ਭੁੱਖੇ ਦੇ ਵਾਸਤੇ ਉਸ ਦੀ ਆਸ ਹੁੰਦੀ ਹੈ ਕਿ ਮੈਨੂੰ ਅਨਾਜ ਭੋਜਨ ਮਿਲ ਜਾਵੇ, ਜਿਹੜਾ ਪਿਆਸਾ ਹੈ ਉਸ ਦੇ ਅੱਗੇ 36 ਪ੍ਰਕਾਰ ਦੇ ਭੋਜਨ ਰੱਖ ਦਿਓ, ਉਸ ਦੀ ਆਸ ਉੱਥੇ ਨਹੀਂ ਹੈ, ਉਹਨੂੰ ਕੰਮ ਹੈ ਪਾਣੀ ਦੇ ਨਾਲ, ਕਿਉਂਕਿ ਪਿਆਸ ਲੱਗੀ ਹੋਈ। ਇਵੇਂ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਹਨ, ਉਹ ਤ੍ਰਿਪਤ ਦੇ ਹਨ, ਉਹ ਰੱਜ ਜਾਂਦੇ ਹਨ ਮਨ ਕਰਕੇ, ਕਿਉਂਕਿ ਉਹਨਾਂ ਨੂੰ ਹਰੀ, ਜੋ ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲਾ ਪ੍ਰਮਾਤਮਾ ਹੈ, ਉਸ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਮਿਲਿਆ ਹੈ। ਤੇ ਮਿਲ ਸੰਗਤ ਪ੍ਰਾਪਤ ਕਿੱਥੋਂ ਹੋਇਆ ਹੈ? ਗੁਰੂ ਕੀ ਸੰਗਤ ਦੇ ਵਿੱਚ ਮਿਲ ਕਰਕੇ। ਜਿਹੜੇ ਸ਼ੁਭ ਗੁਣ ਹਨ, ਸਤ, ਸੰਤੋਖ, ਦਇਆ, ਧਰਮ ਇਤਿਆਦਿਕ, ਉਹ ਪ੍ਰਗਾਸ ਹੋ ਗਏ ਜੀਵਨ ਦੇ ਵਿੱਚ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜਿਨ੍ਹਾਂ ਨੇ ਉਹ ਹਰੀ, ਜੋ ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਹਰ ਜੋ ਹਰੇਕ ਦਾ ਹਾਰਕ ਨਾਸ਼ ਕਰਨ ਵਾਲਾ ਹੈ, ਉਸ ਦੇ ਨਾਮ ਦਾ ਰਸ ਨਹੀਂ ਨਾ ਪ੍ਰਾਪਤ ਕੀਤਾ, ਤੋ ਭਾਗਾਂ ਤੋਂ ਸਖਣੇ ਹਨ। ਤੇ ਇਹਦਾ ਅਰਥ ਹੈ ਉਹ ਇਸ ਸੰਸਾਰ ਦੇ ਵਿੱਚ ਭਾਗਾਂ ਤੋਂ ਸਖਣੇ ਹਨ। ਉਹਨਾਂ ਦੇ ਚੰਗੇ ਭਾਗ ਨਹੀਂ, ਉਹਨਾਂ ਦੇ ਮਾੜੇ ਕਰਮ ਹਨ ਤੇ ਅੰਤ ਵੇਲੇ ਜਮ ਪਾਸ, ਉਹਨਾਂ ਨੂੰ ਜਮਾਂ ਦੇ ਪਾਸ ਜਾਣਾ ਪਵੇਗਾ, ਜਮਾਂ ਦੇ ਕੋਲ ਜਾਣਾ ਪਵੇਗਾ। ਜਾਂ ਪਾਸ ਸੰਸਕ੍ਰਿਤ ਦੇ ਵਿੱਚ ਫਾਹੀ ਨੂੰ ਵੀ ਕਹਿੰਦੇ ਹਨ। ਉਹਨਾਂ ਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪਵੇਗੀ, ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਆਪਣੀ ਜ਼ੁਬਾਨ ਤੋਂ ਜਪਿਆ ਨਹੀਂ, ਭਾਗਾਂ ਤੋਂ ਹੀ ਨੇ ਹਨ। ਵਾਹਿਗੁਰੂ ਪ੍ਰਮਾਤਮਾ ਨੂੰ ਕਦੀ ਵੀ ਚੇਤੇ ਨਹੀਂ, ਕਿਉਂਕਿ ਦੁਨੀਆ ਦੇ ਵਿੱਚ ਜਿਤਨੇ ਵੀ ਕਰਮ ਧਰਮ ਅਸੀਂ ਕਰਦੇ ਹਾਂ, ਪਾਵਨ ਬਚਨ ਪੜ੍ਹਦੇ ਹਾਂ, ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਜਿਤਨੇ ਵੀ ਸੰਸਾਰ ਦੇ ਵਿੱਚ ਅਸੀਂ ਪੁੰਨ ਕਰ ਰਹੇ ਹਾਂ, ਕਰਮ ਹੋਰ ਕਰ ਰਹੇ ਹਾਂ, ਉਹ ਤਾਂ ਜਦੋਂ ਅਸੀਂ ਪਰਲੋਕ ਦੇ ਰਸਤੇ ਦੇ ਉੱਪਰ ਜਾਣਾ ਹੈ, ਉੱਥੇ ਖੋਏ ਜਾਂਦੇ। ਜਦੋਂ ਮਨੁੱਖ ਨੂੰ ਭੁੱਖ ਪਿਆਸ ਲੱਗਦੀ ਹੈ, ਭੁੱਖਾ ਪਿਆਸਾ ਮਨੁੱਖ ਆਪਣੇ ਘਰ ਦਾ ਸਾਰਾ ਧਨ ਦੇਣ ਵਾਸਤੇ ਵੀ ਤਿਆਰ ਹੁੰਦਾ ਹੈ ਵੀ ਮੇਰੀ ਭੁੱਖ ਬੁੱਝ ਜਾਵੇ, ਮੇਰੀ ਪਿਆਸ ਬੁੱਝ ਜਾਵੇ। ਫਿਰ ਭੁੱਖੇ ਪਿਆਸੇ ਨੂੰ ਕਹਿੰਦੇ ਹਨ, ਜੰਪੀ ਇੰਨੇ ਪੁੰਨ ਦੇ ਤਾਂ ਤੈਨੂੰ ਭੋਜਨ ਮਿਲੇਗਾ,
ਇੰਨੇ ਪੁੰਨ ਦੇ ਤਾਂ ਤੈਨੂੰ ਖੁਰਾਕ ਮਿਲੇਗੀ ਤੇਰੇ। ਉਹ ਫਿਰ ਹੌਲੀ ਹੌਲੀ ਜਿਹੜੇ ਪੁੰਨ ਦਾਨ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਉੱਥੋਂ ਪਹੁੰਚਣ ਤੱਕ ਹੀ ਸਾਰੇ ਲੱਗ ਜਾਂਦੇ। ਇਹ ਕਹਿ ਲਈਏ ਵੀ ਇਹ ਰਾਹ ਦੀ ਖੁਰਾਕ ਹੈ ਜਿਹੜੀ ਧਰਮ ਰਾਜੇ ਦੇ ਪਾਸ, ਉੱਥੇ ਜਿਹੜਾ ਛੁਟਕਾਰਾ ਹੋਣਾ ਹੈ, ਜਿੱਥੇ ਅਵ ਘਟ ਗਲੀਆਂ ਭੀੜੀਆਂ ਤਿੱਥੇ ਹਰ ਹਰ ਨਾਮ ਛੁਡਾਏ। ਉੱਥੇ ਕੇਵਲ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਜੀਵ ਦੀ ਸਹਾਇਤਾ ਕਰਦਾ ਹੈ, ਜੀਵ ਨੂੰ ਛੁਡਾ ਸਕਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਇਹੋ ਜਿਹਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਨਹੀਂ, ਪ੍ਰਾਪਤੀ ਨਹੀਂ ਕੀਤਾ, ਉਹ ਭਾਗਾਂ ਤੋਂ ਹੀਣੇ ਹਨ ਤੇ ਜਮਾਂ ਦੀਆਂ ਜਿਹੜੀਆਂ ਫਾਈਆਂ ਹਨ ਉਹਨਾਂ ਦੇ ਗਲ ਵਿੱਚ ਪੈਣਗੀਆਂ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਲੋਕ ਸਤਿਗੁਰੂ ਦੀ ਸੰਗਤ ਦੇ ਵਿੱਚ ਜਾਂ ਸਤਿਗੁਰੂ ਦੀ ਸਰਨੀ ਸੰਗਤ 'ਚ ਨਹੀਂ ਆਏ, ਤ੍ਰਿਗ ਹੈ ਉਹਨਾਂ ਦਾ ਸੰਸਾਰ ਦੇ ਵਿੱਚ ਜੀਵਿਆ ਹੋਇਆ ਜਿੰਨੀ ਉਮਰ ਉਹ ਬਤੀਤ ਕਰ ਗਿਆ। ਆਪਾਂ ਅੱਗੇ ਵੀ ਵਿਚਾਰ ਕਰਨੀ ਹੈ, ਕੀਤੀ ਹੈ ਇਸ ਬਚਨ ਦੀ, ਵੀ ਜੇ ਕਿਸੇ ਨੂੰ ਕਹਿਣਾ ਹੋਵੇ ਨਾ ਵੀ 100 ਵਾਰ ਫਿਟੇ ਮੂੰਹ ਤੇ ਇੱਕ ਵਾਰ ਲਾਹਨਤ ਸ਼ਬਦ ਵਰਤ ਦੇਈਦਾ ਵੀ ਤੂੰ ਲਾਹਨਤੀ ਐ, ਉਹਨੂੰ 100 ਫਿਟਕਾਰ ਪੈ ਜਾਂਦੀ। ਤੇ ਜਿਹਨੂੰ 100 ਵਾਰ ਲਾਹਨਤੀਆ ਕਹਿਣਾ ਹੋਵੇ, ਕਿਉਂਕਿ ਮੂੰਹ ਥੱਕ ਜਾਂਦਾ ਹੈ, ਲਾਹਨਤੀਆਂ 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 ਐਵੇਂ ਕਹਿਣ, ਉਹਨੂੰ ਇੱਕ ਵਾਰ ਹੀ ਕਹਿ ਦੋ ਵੀ ਤੂੰ ਤ੍ਰਿਗ ਹੈ ਤੇਰਾ ਜੀਵਨ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਦੇ ਜੀਵਨ ਨੂੰ 100 ਵਾਰ ਲਾਹਨਤਾਂ ਜਿਹੜਾ ਜੀਵਿਆ ਹੈ। ਇੱਥੋਂ ਤੱਕ ਬਚਨ ਆਉਂਦਾ ਹੈ, ਇਹ ਤੇ 100 ਵਾਰੀ ਪਾਈ ਹੈ ਨਾ ਗੁਰਬਾਣੀ ਦੇ ਵਿੱਚ। ਇੱਕ ਪਾਵਨ ਬਚਨ ਆਉਂਦਾ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹਰ ਖਸਮ ਨਾ ਪਾਇਆ, ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਪਰ ਇਹ ਕਹਿੰਦੇ ਉਹਨੂੰ 200 ਵਾਰ ਲਾਹਨਤ ਹੈ, ਉਹਦੇ ਸੌਣ ਨੂੰ, ਉਹਦੇ ਖਾਣ ਨੂੰ, ਜਿਹੜੇ ਸਰੀਰ ਦੇ ਉੱਪਰ ਕੱਪੜੇ ਪਹਿ ਰਿਹਾ ਹੈ ਉਸ ਨੂੰ, ਉਹਦੇ ਪਰਿਵਾਰ ਨੂੰ। ਤੇ ਪੁੱਛਿਆ ਜੀ ਇੰਨੀਆਂ ਲਾਹਨਤਾਂ ਕਿਉਂ ਪਾ ਰਹੇ ਹੋ? ਤੇ ਮਹਾਰਾਜ ਕਹਿੰਦੇ ਮੈਂ ਇੰਨੀਆਂ ਲਾਹਨਤਾਂ ਤਾਂ ਪਾ ਰਿਹਾ ਵੀ ਉਹਦੇ ਕਿਤੇ ਬੇਸ਼ਰਮ ਨੂੰ ਲੱਗ ਜਾਵੇ, ਕਿਉਂਕਿ ਵਾਰ-ਵਾਰ ਮਨੁੱਖਾ ਜਨਮ ਨਹੀਂ ਮਿਲਿਆ। ਕਈ ਵਾਰ ਕਿਸੇ ਦੇ ਘੂਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਸੁਧਰ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਘੂਰ ਰਿਹਾ ਆਪਣੇ ਸਿੱਖ ਨੂੰ ਜਿਹੜੇ ਗੁਰੂ ਨੂੰ ਛੱਡ ਕੇ ਨਸ਼ਿਆਂ ਵਿਸ਼ਿਆਂ ਦੇ ਆਦੀ ਹੋ ਗਏ, ਵੀ ਲਾਹਨਤੀਆ ਆਪਣੀ ਜ਼ਿੰਦਗੀ ਨੂੰ ਸਵਾਰ। ਮੁੜ ਇਹ ਜਿਹੜਾ ਜਨਮ ਹੈ, ਜਿਹੜਾ ਵਿਅਰਥ ਗਵਾਈ ਜਾ ਰਿਹਾ ਹੈ, ਇਹ ਤੈਨੂੰ ਪ੍ਰਾਪਤ ਨਹੀਂ ਹੋਣਾ, ਤੈਨੂੰ ਮਿਲਣਾ ਨਹੀਂ ਹੈ। ਇਸ ਵਾਸਤੇ ਧੰਨ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਤ੍ਰਿਗ ਜੀਵਾਸ। ਜੀਵਾਸ ਦਾ ਅਰਥ ਹੈ ਜਿਹੜੀ ਜੀਵਨ ਦੀ ਆਸ ਲਾਈ ਹੋਈ ਹੈ। ਸੋਚਦਾ ਹੀ ਹੈ ਨਾ ਵੀ ਇੰਨਾ ਕੁ ਚਿਰ ਜੀਵਾਂਗਾ, ਇੰਨਾ ਹੋ ਕਰਕੇ ਆਪਾਂ ਪੁੱਛੀਏ ਬੱਚੇ ਨੂੰ ਵੀ ਵੱਡਾ ਹੋ ਕੇ, ਕਹਿੰਦਾ ਵੱਡਾ ਹੋ ਕੇ ਡਾਕਟਰ ਬਣਾਂਗਾ। ਉਹਨੂੰ ਪੁੱਛੀਏ ਜੇ ਵੱਡੇ ਹੋਏ ਨੂੰ ਪੁੱਛ ਲਈਏ, ਕਹਿੰਦਾ ਹੁਣ ਤੇ ਕਮਾਈ ਕਰਨੀ ਹੈ ਬੱਚਿਆਂ ਦੇ ਵਾਸਤੇ। ਇਵੇਂ ਆਸ ਮਨੁੱਖ ਜੀਵਨ ਦੇ ਵਿੱਚ, ਗੁਰਬਾਣੀ ਦਾ ਬਚਨ ਹੈ, ਆਸਾ ਲੱਗ ਜੀਵ ਤੇ ਰਾਮ। ਜਿੰਨੀ ਮਨੁੱਖ ਜੀਵਨ ਜਿਉਂਦਾ ਹੈ ਉਹ ਆਸਾ ਦੇ ਵਿੱਚ ਜਿਉਂਦਾ ਹੈ, ਆਸ ਦੇ ਅਧੀਨ ਹੋ ਕਰਕੇ ਆਪਣੀ ਜ਼ਿੰਦਗੀ ਜਿਉਂਦਾ। ਪਰ ਆਸਾ ਦੇ ਵਿੱਚ ਜੀਵੀ ਹੋਈ ਜ਼ਿੰਦਗੀ ਜਦੋਂ ਮਰਦਾ ਹੈ, ਗੁਰਬਾਣੀ ਕਹਿੰਦੀ ਮਰੈ ਨਿਰਾਸ਼ਾ ਜਾਏ, ਉਸ ਵੇਲੇ ਉਸ ਨੂੰ ਨਿਰਾਸ਼ਤਾ ਛੇੜਨੀ ਪੈਂਦੀ। ਤਾਂ ਹੀ ਤਾਂ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਬਚਨ ਹੈ, ਕਬੀਰ ਆਸਾ ਕਰੀਏ RAM ਕੀ ਅਵਰਹਿ ਆਸ ਨਿਰਾਸ। ਆਸ ਜੀਵਨ ਦੇ ਵਿੱਚ ਪਾਲਦਾ ਹੈ ਤੇ ਰੱਬ ਦੀ ਪਾਲ। ਹੋਰ ਜਿੰਨੀਆਂ ਵੀ ਆਸਾਂ ਪਾਲਦਾ ਹੈ ਉਹ ਤੇਰੇ ਜੀਵਨ ਨੂੰ ਨਿਰਾਸ਼ ਕਰ ਦੇਣਗੀਆਂ, ਉਹਨਾਂ ਦੇ ਬਦਲੇ ਤੇਰੇ ਜੀਵਨ ਨੂੰ ਨਿਰਾਸ਼ਤਾ ਹੀ ਝੱਲਣੀ ਪਵੇਗੀ। ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਜਿਹੜੇ ਜੀਵਨ ਦੀ ਆਸ ਲਾਈ ਹੋਈ ਹੈ ਨਾ, ਉਹਨੂੰ ਵੀ 100 ਵਾਰ
ਲਾਣਤ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਜਿਨ੍ਹਾਂ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਨੇ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਜਿਹੜੇ ਪ੍ਰਮਾਤਮਾ ਦੇ ਪਿਆਰੇ ਗੁਰਸਿੱਖ ਸੱਚੇ ਗੁਰੂ ਦੀ ਸੰਗਤ ਦੇ ਵਿੱਚ ਆਉਂਦੇ ਆ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਉਹਨਾਂ ਦੇ ਪੂਰਬਲੇ ਕਰਮ ਵਾਹਿਗੁਰੂ ਪ੍ਰਮਾਤਮਾ ਨੇ ਜਿਹੜੇ ਕੀਤੇ ਹਨ, ਉਹਨਾਂ ਦੇ ਚੰਗੇ ਲੇਖ ਲਿਖੇ ਗਏ। ਚੰਗੇ ਕਰਮ ਹਨ, ਚੰਗੇ ਲੇਖ ਲਿਖੇ ਹਨ ਕਿ ਜਿਹੜੇ ਗੁਰੂ ਕੇ ਸਿੱਖ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੋਈ। ਨਹੀਂ ਤੇ ਦੇਖਦੇ ਆ ਨਾ, ਦਿਨ ਮਿਥੇ ਹੋਏ ਹਨ। ਕੋਈ ਕਹਿੰਦਾ ਹੈ ਸਾਡੀ ਜਿਹੜਾ ਸਤਸੰਗ ਹੈ ਉਹ ਬੁੱਧਵਾਰ ਹੁੰਦਾ ਉੱਥੇ ਬੇਸ਼ੱਕ ਕੂੜ ਦਾ ਪ੍ਰਚਾਰ ਹੀ। ਕੋਈ ਕਹਿੰਦਾ ਹੈ ਸਾਡਾ ਵੀਰਵਾਰ ਹੁੰਦਾ ਹੈ ਸਤਸੰਗ, ਕੋਈ ਕਹਿੰਦਾ ਹੈ ਸਾਡਾ ਐਤਵਾਰ ਸਤਸੰਗ ਹੁੰਦਾ ਹੈ, ਉਹ ਫਲਾਣੇ ਬਾਬੇ ਦੀ ਚੌਂਕੀ ਇਸ ਦਿਨ ਲੱਗਦੀ ਹੈ। ਕੋਈ ਮੱਸਿਆ ਪੁੰਨਿਆ ਸੰਗਰਾਂਦ ਦੇ ਦਿਨ ਮਿਥੀ ਫਿਰਦੇ। ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਉਹ ਗੁਰੂ ਕੇ ਸਿੱਖ ਭਾਗਾਂ ਵਾਲੇ ਜਿਹੜੇ ਐਵੇਂ ਚੌਂਕੀਆਂ ਨਹੀਂ ਭਰਦੇ ਫਿਰਦੇ, ਐਵੇਂ ਇਹਨਾਂ ਜਿਹੜੇ ਦਿਨ ਮਿਥੇ ਹੋਏ ਹਨ ਆਪਣਾ ਪੇਟ ਭਰਨ ਦੇ ਵਾਸਤੇ, ਉਹਨਾਂ ਲੋਕਾਂ ਦੇ ਮਗਰ ਨਹੀਂ ਜਾਂਦੇ। ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਆ, ਜਿਨ੍ਹਾਂ ਨੂੰ ਸਤਿਗੁਰ ਦੀ ਸ਼ਰਨ ਪ੍ਰਾਪਤ ਹੋਈ ਹੈ, ਗੁਰੂ ਕੀ ਸੰਗਤ ਪ੍ਰਾਪਤ ਹੋਈ ਹੈ। ਉਹਨਾਂ ਦੇ ਜਿਹੜੇ ਕਰਮ ਹਨ ਉਹ ਚੰਗੇ ਹਨ। ਕਿਤਨੇ ਕੁ ਚੰਗੇ ਹਨ ਇਹਨਾਂ ਦਾ ਕੋਈ ਕਥਨ ਨਹੀਂ ਕਰ ਸਕਦਾ ਕਿ ਜਿਹੜੇ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਏ, ਉਹਨਾਂ ਦੇ ਕਿੰਨੇ ਕੁ ਚੰਗੇ ਭਾਗ ਹਨ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਸੋਠ ਕੀ ਵਾਰ ਦੇ ਵਿੱਚ, ਜਿਸ ਦੇ ਵਿੱਚ ਸਤਿਗੁਰੂ ਨੇ ਕਿਹਾ, ਧੰਨ ਧੰਨ ਭਾਗ ਤਿੰਨਾਂ ਸਾਧ ਜਨਾਂ। ਉਹਨਾਂ ਸਾਧੂ ਜਨਾਂ ਦੇ ਵੱਡੇ ਭਾਗ ਜੋ ਹਰ ਨਾਮਾ ਮੁਖ ਕਹਿਤੇ ਆ, ਜਿਹੜੇ ਰੱਬ ਦੇ ਨਾਮ ਆਪਣੀ ਜ਼ੁਬਾਨ ਦੇ ਨਾਲ ਜਗਦੇ, ਉਹਨਾਂ ਦੇ ਭਾਗ ਚੰਗੇ ਹਨ। ਪਰ ਅਖੀਰਲੀ ਸੰਪੂਰਨਤਾ ਵਾਲੀ ਪੰਕਤੀ ਪੜ੍ਹੀਏ। ਮਹਾਰਾਜ ਸਾਹਿਬ ਜੀ ਕਹਿੰਦੇ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਸਾਰਿਆਂ ਨੂੰ ਚੰਗੇ ਭਾਗ, ਵੱਡੇ ਭਾਗ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖਾਂ ਦੇ। ਮਹਾਰਾਜ ਕੀ ਨਿਸ਼ਾਨੀ ਹੈ, ਕੀ ਕਾਰਨ ਹੈ ਕਿ ਗੁਰੂ ਕੇ ਸਿੱਖਾਂ ਨੂੰ ਵੱਡੇ ਭਾਗਾਂ ਵਾਲੇ ਕਿਹਾ? ਮਹਾਰਾਜ ਕਹਿੰਦੇ, ਜਿਹੜੇ ਗੁਰਸਿੱਖ ਗੁਰੂ ਕੀ ਸ਼ਰਣੀ ਪੈਂਦੇ ਆ, ਸਤਿਗੁਰੂ ਦੇ ਚਰਨਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਬਤੀਤ ਕਰਦੇ, ਉਹਨਾਂ ਗੁਰੂ ਕੇ ਸਿੱਖਾਂ ਦੇ ਸਾਰਿਆਂ ਦੇ ਨਾਲੋਂ ਵੱਡੇ ਭਾਗ ਹਨ, ਉਹਨਾਂ ਦੇ ਸਾਰਿਆਂ ਦੇ ਨਾਲੋਂ ਚੰਗੇ ਕਰਮ ਹਨ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਇੱਥੇ ਵੀ ਇਹੋ ਪਾਵਨ ਬਚਨ ਕਹਿ ਰਹੇ ਕਿ ਉਹਨਾਂ ਦੇ ਸ੍ਰੇਸ਼ਟ ਕਰਮ ਲਿਖੇ ਗਏ, ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਉਹ ਧੰਨ ਹੈ ਸਤ ਸੰਗਤ, ਤੇ ਉਹ ਵੀ ਧੰਨ ਹਨ ਜਿਨ੍ਹਾਂ ਨੇ ਇਸ ਸੰਗਤ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਿਆ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਧੰਨ ਹੈ ਗੁਰੂ ਕੀ ਸੰਗਤ, ਜਿਸ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਰਸ ਦੀ ਪ੍ਰਾਪਤੀ ਹੋ ਗਈ ਹੈ। ਉਹ ਸਾਰਿਆਂ ਦੇ ਨਾਲੋਂ ਵੱਡੇ ਕਰਮ, ਵੱਡੇ ਭਾਗ ਹਨ, ਧਨਤਾ ਦੇ ਯੋਗ ਹਨ, ਤੇ ਨਾਮ ਦੇ ਆਸਰੇ ਮਿਲ ਜਨ ਨਾਨਕ ਨਾਮ ਪ੍ਰਗਾਸ। ਮਿਲ ਕੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ, ਸਤਿਗੁਰੂ ਦੇ ਨਾਲ, ਗੁਰੂ ਕੇ ਸਿੱਖਾਂ ਦੇ ਨਾਲ ਜੀਵਨ ਦੇ ਵਿੱਚ ਨਾਮ ਮਿਲਿਆ ਹੈ। ਨਾਮ ਕਰਕੇ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਦੀ ਸਖਿਆਤਤਾ ਹੋਈ ਹੈ। ਪ੍ਰਗਾਸ਼ ਸ਼ਬਦ ਸਖਿਆਤਤਾ ਹੋਈ ਹੈ, ਪ੍ਰਗਟ ਹੋਇਆ ਹੈ ਵਾਹਿਗੁਰੂ ਪ੍ਰਮਾਤਮਾ ਦਾ ਸਭ। ਇਹ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਉਪਦੇਸ਼ ਦੀ ਦਾਤ ਬਖਸ਼ੀ ਹੈ। ਸਤਿਗੁਰੂ ਕਿਰਪਾ ਕਰਨ ਪਵਿੱਤਰ ਉਪਦੇਸ਼ ਸਤਿਗੁਰੂ ਦਾ ਬਖਸ਼ਿਆ ਸਾਡੇ ਜੀਵਨ ਦੇ ਵਿੱਚ ਵਸੇ। ਅਸੀਂ ਵੀ ਸਤਿਗੁਰੂ ਦੇ ਸਨਮੁਖ ਹੋ ਕੇ
ਗੁਰੂ ਦੇ ਪਾਸੋਂ ਨਾਮ ਦੀ ਪ੍ਰਾਪਤੀ ਕਰ ਸਕੀਏ, ਜਿਸ ਦੇ ਨਾਲ ਸਾਡੇ ਜੀਵਨ ਦਾ ਭਲਾ ਹੋ ਸਕੇ। ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ ਨੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਇਹ